हाँ जी प्यारे साथियों, सत श्री अकाल सारिਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੇ ਅੱਜ ਦੀ ਜਿਹੜੀ ਆਪਣੀ CDP ਦੀ ਕਲਾਸ ਆ ਇਹਦੇ ਵਿੱਚ ਆਪਾਂ ਕ੍ਰੀਏਟੀਵਿਟੀ, ਰਚਨਾਤਮਕਤਾ ਜਿਹਨੂੰ ਅਸੀਂ ਸਿਰਜਣਾਤਮਕਤਾ ਵੀ ਕਹਿ ਦਿੰਦੇ ਆ, ਇਹਦੇ ਬਾਰੇ ਅਸੀਂ ਪੜ੍ਹਨਾ ਹੈ। ਛੋਟਾ ਜਿਹਾ ਟੌਪਿਕ ਆ। ਇਸ ਤੋਂ ਬਾਅਦ ਸਾਡੀਆਂ ਇੰਟੈਲੀਜੈਂਸ ਥਿਊਰੀਜ਼ ਜਿਹੜੀਆਂ ਹੋ ਜਾਣਗੀਆਂ, ਸ਼ੁਰੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਆਪਾਂ ਮੋਟੀਵੇਸ਼ਨ ਕੀਤਾ ਸੀਗਾ, ਠੀਕ ਆ, ਬਹੁਤ ਹੀ ਡਿਟੇਲ ਦੇ ਨਾਲ। ਤੇ PDF ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਟੈਲੀਗ੍ਰਾਮ 'ਤੇ। ਜਿਨ੍ਹਾਂ ਬੱਚਿਆਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ, ਟੈਲੀਗ੍ਰਾਮ ਜੁਆਇਨ ਕਰ ਲਓ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਹੈ ਮਿਲ ਜੂਗਾ। ਤੇ ਆਪਾਂ ਸ਼ੁਰੂਆਤ ਕਰਦੇ ਹਾਂ ਕ੍ਰੀਏਟੀਵਿਟੀ ਦੀ। ਦੇਖੋ ਕ੍ਰੀਏਟੀਵਿਟੀ ਕੀ ਆ। ਪਹਿਲੀ ਗੱਲ ਤੇ ਆਪਾਂ ਆਮ ਭਾਸ਼ਾ ਦੇ ਵਿੱਚ ਪਹਿਲਾਂ ਸਮਝੀਏ ਕ੍ਰੀਏਟੀਵਿਟੀ। ਜਿੱਦਾਂ ਆਪਾਂ ਘਰਾਂ ਦੇ ਵਿੱਚੋਂ ਆਮ ਐਗਜ਼ਾਮਪਲ ਲੈ ਲਈਏ, ਹੈ ਨਾ। ਜਿਵੇਂ ਕੋਈ ਬੱਚਾ ਆ ਜਾਂ ਕੋਈ ਵੀ ਆ, ਕੋਈ ਲੇਡੀ ਆ, ਕੋਈ ਜੈਂਟਸ ਆ, ਕੋਈ ਲੜਕਾ ਆ, ਕੋਈ ਲੜਕੀ ਆ, ਕੋਈ ਵੀ ਚੀਜ਼, ਹੈ ਨਾ। ਉਹ ਕੋਈ ਵੀ ਚੀਜ਼ ਜਿਹੜੀ ਆ ਮਤਲਬ ਉਹਦਾ ਮਾਇੰਡ ਕ੍ਰੀਏਟਿਵ ਆ। ਕੋਈ ਪੇਂਟਿੰਗ 'ਚ ਬਹੁਤ ਵਧੀਆ ਹੁੰਦਾ, ਤਰ੍ਹਾਂ ਤਰ੍ਹਾਂ ਦੀ ਪੇਂਟਿੰਗ ਬਣਾ ਲੈਂਦਾ, ਕ੍ਰੀਏਟਿਵ ਮਾਇੰਡ, ਹੈ ਨਾ। ਕੋਈ ਜਿਵੇਂ ਕੁੜੀਆਂ ਸਟਿਚਿੰਗ 'ਚ ਵਧੀਆ ਹੋ ਜਾਂਦੀਆਂ, ਜੈਂਟਸ ਵੀ ਸਟਿਚਿੰਗ 'ਚ ਵਧੀਆ ਨੇ, ਹੈ ਨਾ। ਮਤਲਬ ਅਲੱਗ ਅਲੱਗ ਫੀਲਡ ਦੀ ਜੇਕਰ ਆਪਾਂ ਗੱਲ ਕਰੀਏ, ਸਭ ਤੋਂ ਵੱਡੀ ਐਗਜ਼ਾਮਪਲ ਜਿਵੇਂ ਮੰਨ ਲਓ ਆਪਣੇ ਘਰਾਂ ਦੇ ਵਿੱਚ ਕੋਈ ਪਲਾਸਟਿਕ ਦਾ ਸਮਾਨ ਹੁੰਦਾ, ਉਹਨਾਂ ਨੂੰ ਕੱਟ ਕੇ ਕੁਛ ਬਣਾ ਲੈਣਾ, ਦੈਟ ਇਜ਼ ਕ੍ਰੀਏਟਿਵ ਮਾਇੰਡ, ਹੈ ਨਾ। ਇਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਮੈਂ ਸਿੰਪਲ ਵੇ ਨਾਲ ਤੁਹਾਨੂੰ ਪਹਿਲਾਂ ਦੱਸ ਰਹੀ। ਤੇ ਹੁਣ ਆਪਾਂ ਪੜ੍ਹਦੇ ਹਾਂ। ਕਹਿੰਦੇ ਰਚਨਾਤਮਕਤਾ ਮੌਲਿਕ ਚਿੰਤਨ, ਭਿੰਨ ਪ੍ਰਕਾਰ ਦਾ ਚਿੰਤਨ ਅਤੇ ਵਿਵਹਾਰ, ਪੁਰਾਣੀਆਂ ਸਮੱਸਿਆਵਾਂ ਦੇ ਨਵੇਂ ਹੱਲ, ਨਵੇਂ ਸੰਬੰਧਾਂ ਨੂੰ ਵੇਖਣਾ ਜਾਂ ਵਿਆਖਿਆ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਨਵੇਂ ਦ੍ਰਿਸ਼ਟੀਕੋਣਾਂ ਨੂੰ ਅਪਣਾਉਂਦਾ ਹੈ। ਕਹਿੰਦੇ ਰਚਨਾਤਮਕਤਾ ਕੀ ਹੈ? ਇੱਕ ਮੌਲਿਕ ਚਿੰਤਨ ਆ, ਠੀਕ ਹੈ। ਮਤਲਬ ਅਲੱਗ-ਅਲੱਗ ਪ੍ਰਕਾਰ ਦਾ ਸਾਡਾ ਬਿਹੇਵੀਅਰ, ਅਲੱਗ-ਅਲੱਗ ਫੀਲਡ ਦੇ ਵਿੱਚ ਪੁਰਾਣੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਉਹਨੂੰ ਨਵੇਂ ਢੰਗਾਂ ਦੇ ਨਾਲ ਹੱਲ ਕਰਨਾ, ਨਵੇਂ ਸੰਬੰਧਾਂ ਨੂੰ ਵੇਖਣਾ, ਉਹਨਾਂ ਦੀ ਵਿਆਖਿਆ ਕਰਨਾ, ਹੈ ਨਾ। ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਨਵੇਂ-ਨਵੇਂ ਦ੍ਰਿਸ਼ਟੀਕੋਣ। ਹੁਣ ਐਰੋਪਲੇਨ ਆ, ਕ੍ਰੀਏਟੀਵਿਟੀ ਆ। ਸਮੁੰਦਰੀ ਜਹਾਜ਼ ਆ, ਕ੍ਰੀਏਟੀਵਿਟੀ। ਹੁਣ ਮਾਡਰਨਾਈਜੇਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਜਿਵੇਂ ਹੁਣ, ਹੈ ਨਾ, ਆਧੁਨਿਕੀ ਯੁੱਗ ਚੱਲ ਰਿਹਾ। ਤੇ ਇਹ ਜਿਹੜਾ ਵਾ ਸਾਰਾ ਦਾ ਸਾਰਾ ਕਿਹਦੇ ਤੇ ਨਿਰਭਰ ਆ? ਕ੍ਰੀਏਟੀਵਿਟੀ ਤੇ ਨਿਰਭਰ ਆ, ਠੀਕ ਹੈ। ਸਿਰਜਣਾਤਮਕਤਾ ਨਵੇਂ ਅਤੇ ਕਲਪਨਾਸ਼ੀਲ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਦਾ ਕਾਰਜ ਆ, ਬਹੁਤ ਇੰਪੋਰਟੈਂਟ ਚੀਜ਼ ਆ। ਕ੍ਰੀਏਟੀਵਿਟੀ ਕੀ ਆ? ਨਵੇਂ ਕਲਪਨਿਕ, ਮਤਲਬ ਜੋ ਅਸੀਂ ਸੋਚਦੇ ਮਾਇੰਡ ਦੇ ਵਿੱਚ, ਜਿੱਦਾਂ ਸਾਡੇ ਆਈਡੀਆ ਆਉਂਦੇ ਆ, ਥਾਟ ਆਉਂਦੇ ਆ, ਮੈਂ ਆਹ ਚੀਜ਼ ਬਣਾ ਲਾਂ, ਇਹਦੇ ਤੋਂ ਆਹ ਚੀਜ਼ ਹੋ ਸਕਦੀ, ਆਹ ਕੰਮ ਏਦਾਂ ਹੋ ਸਕਦਾ, ਠੀਕ ਹੈ। ਯਾਨੀ ਕਿ ਜੋ ਇਮੈਜਨਰੀ ਅਸੀਂ ਚੀਜ਼ਾਂ ਸੋਚੀਆਂ ਹੁੰਦੀਆਂ ਵਾ, ਉਹਨਾਂ ਨੂੰ ਹਕੀਕਤ ਦੇ ਵਿੱਚ ਬਦਲ ਦੇਣ ਕੀ ਆ? ਕ੍ਰੀਏਟੀਵਿਟੀ ਆ, ਠੀਕ ਹੈ। ਸਿਰਜਣਾਤਮਕਤਾ ਵਿਸ਼ਵ ਨੂੰ ਨਵੇਂ ਤਰੀਕਿਆਂ ਨਾਲ ਵੇਖਣ ਦੀ ਯੋਗਤਾ ਦੁਆਰਾ ਦਰਸਾਈ ਗਈ ਹੈ। ਤੇ ਕਹਿੰਦੇ ਕ੍ਰੀਏਟੀਵਿਟੀ ਕੀ ਆ? ਵਿਸ਼ਵ ਨੂੰ ਮਤਲਬ ਨਵੇਂ ਤਰੀਕਿਆਂ ਦੇ ਨਾਲ ਵੇਖਣਾ, ਕਿਸੇ ਦੀ ਯੋਗਤਾ ਨੂੰ, ਉਹ ਕੀ ਆ? ਕ੍ਰੀਏਟੀਵਿਟੀ ਆ, ਠੀਕ ਹੈ। ਉਸ ਤੋਂ ਬਾਅਦ ਕੁਝ ਡੈਫੀਨੇਸ਼ਨਾਂ ਅਕੋਰਡਿੰਗ ਟੂ ਜੇਮਸ ਕਹਿੰਦਾ ਵਾ ਕਿ ਜੇਮਸ ਦੇ ਅਨੁਸਾਰ ਜ਼ਰੂਰੀ ਰੂਪ ਨਾਲ ਕਿਸੇ ਨਵੀਂ ਵਸਤੂ ਦਾ ਸਿਰਜਣ ਦੀ ਸਿਰਜਣਾਤਮਕਤਾ। ਕਹਿੰਦਾ ਜ਼ਰੂਰੀ ਰੂਪ ਦੇ ਨਾਲ ਕਿਸੇ ਵੀ ਵਸਤੂ ਦੀ, ਕਿਸੇ ਚੀਜ਼ ਦੀ ਸਿਰਜਣਾ ਕਰ ਦੇਣੀ ਕੀ ਆ? ਕ੍ਰੀਏਟੀਵਿਟੀ ਆ। ਫਿਰ ਕਹਿੰਦਾ ਵਾ ਅਕੋਰਡਿੰਗ ਟੂ ਡ੍ਰੇਵਡਲ ਕੀ ਕਹਿੰਦਾ ਵਾ? ਕਹਿੰਦਾ ਸਿਰਜਣਾਤਮਕਤਾ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਦੁਆਰਾ ਉਹ ਵਸਤੂਆਂ ਅਤੇ ਵਿਚਾਰਾਂ ਦਾ ਉਤਪਾਦਨ ਕਰਦਾ ਜੋ ਜ਼ਰੂਰੀ ਤੌਰ ਤੇ ਨਵੀਆਂ ਹਨ ਅਤੇ ਉਹ ਵਿਅਕਤੀ ਸ਼ਾਇਦ ਪਹਿਲਾਂ ਤੋਂ ਇਹਨਾਂ ਬਾਰੇ ਨਾ ਜਾਣਦਾ ਹੋਵੇ। ਵੇਖੋ ਇਹਦੀ ਡੈਫੀਨੇਸ਼ਨ ਬਿਲਕੁਲ ਵੱਖਰੀ ਜੀ ਆ, ਬਸ ਇਹਦਾ ਤੁਸੀਂ ਨਾਮ ਯਾਦ ਰੱਖਣਾ। ਕਹਿੰਦਾ ਮਤਲਬ ਐਦਾਂ ਦੀ ਯੋਗਤਾ ਵਾ ਕ੍ਰੀਏਟੀਵਿਟੀ, ਇਹੋ ਜਿਹੀਆਂ ਵਸਤਾਂ, ਇਹੋ ਜਿਹੇ ਵਿਚਾਰ ਜਿਹੜੇ ਆ ਉਤਪੰਨ ਹੁੰਦੇ ਆ, ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬਣਦੀਆਂ, ਜਿਹੜੀਆਂ ਨਾ ਤਾਂ ਅਸੀਂ ਕਦੀ ਦੇਖੀਆਂ ਹੁੰਦੀਆਂ। ਜੇ ਕੋਈ ਵਿਚਾਰ ਆ, ਨਵੇਂ ਥਾਟ ਆ, ਤੇ ਅਸੀਂ ਉਹ ਕਦੇ ਸੁਣੇ ਨਹੀਂ ਹੁੰਦੇ। ਇਹ ਸਾਰਾ ਕੁਝ ਨਵਾਂ ਹੁੰਦਾ ਵਾ, ਜਿਨ੍ਹਾਂ ਬਾਰੇ ਅਸੀਂ ਸ਼ਾਇਦ ਪਹਿਲਾਂ ਜਾਣਦੇ ਹੀ ਨਹੀਂ ਹੁੰਦੇ, ਠੀਕ ਹੈ। ਕੌਣ ਕਹਿੰਦਾ ਵਾ? ਡ੍ਰੇਵਡਲ ਇਹਦੇ ਬਾਰੇ ਕਹਿੰਦਾ ਵਾ। ਉਸ ਤੋਂ ਬਾਅਦ ਫਾਦਰ ਆਫ ਕ੍ਰੀਏਟੀਵਿਟੀ ਬਹੁਤ ਇੰਪੋਰਟੈਂਟ ਆ, ਯਾਦ ਰੱਖਣਾ, ਪਾਉਲ ਟੋਰਨਸ ਜਿਹੜਾ ਵਾ ਉਹ ਕੌਣ ਹੈ? ਫਾਦਰ ਆਫ ਕ੍ਰੀਏਟੀਵਿਟੀ ਆ। ਇਹਨੇ ਟਾਈਪਸ ਦਿੱਤੀਆਂ ਸੀਗੀਆਂ ਕ੍ਰੀਏਟੀਵਿਟੀ ਦੀਆਂ, ਆਪਾਂ ਜਾਣਦੇ ਆ ਟਾਈਪਸ। ਤੇ ਪਹਿਲੀ ਹੈਗੀ ਆ ਇਨਸੈਂਟਿਵ ਕ੍ਰੀਏਟੀਵਿਟੀ, ਖੋਜਾਤਮਕ ਸਿਰਜਣਾਤਮਕਤਾ। ਇਹਦੇ ਵਿੱਚ ਮਤਲਬ ਜਿਹਦੇ ਵਿੱਚ ਕਿਸੇ ਨਵੀਂ ਚੀਜ਼ ਦੀ ਖੋਜ ਹੁੰਦੀ ਆ, ਜਿਓਗ੍ਰਾਫੀ ਲਾ ਲਓ, ਹਿਸਟੋਰੀਕਲ ਲਾ ਲਓ, ਸਾਇੰਟਿਸਟ ਫੀਲਡ ਦੇ ਵਿੱਚ ਲਾ ਲਓ, ਕਿਸੇ ਵੀ ਨਵੀਂ ਚੀਜ਼ ਦੀ ਖੋਜ, ਉਹ ਕੀ ਹੋਊਗੀ? ਇਨਸੈਂਟਿਵ ਕ੍ਰੀਏਟੀਵਿਟੀ ਹੋਊਗੀ। ਬਹੁਤੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ, ਹੈ ਨਾ, ਇਹ ਚੀਜ਼ ਆ।
ਇਨੋਵੇਟਿਵ ਕ੍ਰੀਏਟੀਵਿਟੀ ਹੁੰਦੀ ਹੈ ਨਵਚਾਰਿਤ, ਮਤਲਬ ਨਵੇਂ ਅਤੇ ਮੌਲਿਕ ਅਰਥ ਖੋਜਣ, ਨਵੇਂ ਕਥਨ, ਨਵੀਆਂ ਪਰਿਭਾਸ਼ਾਵਾਂ ਦੇਣਾ। ਮਤਲਬ ਜਿਹੜੇ ਲੈਂਗੁਏਜ ਦੇ ਨਾਲ ਸੰਬੰਧਿਤ ਸਾਡੇ ਪ੍ਰੋਫੈਸਰ ਵਿਗਿਆਨੀ ਹੁੰਦੇ ਆ ਹਨਾ, ਉਹਨਾਂ ਦੇ ਵਿੱਚ ਹੁੰਦੀ ਹੈ ਜ਼ਿਆਦਾ ਇਨੋਵੇਟਿਵ ਕ੍ਰੀਏਟੀਵਿਟੀ, ਮਤਲਬ ਜਿਹਦੇ ਵਿੱਚ ਕੋਈ ਨਵੀਆਂ ਧਾਰਨਾਵਾਂ ਘੜ ਦੇਣੀਆਂ ਕਿਸੇ ਵੀ ਚੀਜ਼ ਨੂੰ ਲੈ ਕੇ ਹਨਾ, ਕਿਸੇ ਵੀ ਵਿਸ਼ੇ ਨੂੰ ਲੈ ਕੇ ਕੋਈ ਨਵੇਂ ਅਰਥ ਦੇ ਦੇਣੇ ਹਨਾ, ਕੋਈ ਨਵੀਆਂ ਪਰਿਭਾਸ਼ਾਵਾਂ ਦੇ ਦੇਣੀਆਂ ਹਨਾ, ਕੋਈ ਨਵੇਂ ਵਿਚਾਰ ਦੇ ਦੇਣੇ। ਇਹ ਸਾਰਾ ਕੁਝ ਕਿਹਦੇ ਵਿੱਚ ਆਊਗਾ? ਇਨੋਵੇਟਿਵ ਕ੍ਰੀਏਟੀਵਿਟੀ ਦੇ ਵਿੱਚ ਆਊਗਾ। ਉਸ ਤੋਂ ਬਾਅਦ ਤੀਜੀ ਹੈਗੀ ਆ ਐਕਸਪ੍ਰੈਸਿਵ ਕ੍ਰੀਏਟੀਵਿਟੀ, ਪ੍ਰਗਟਾਤਮਿਕ ਸਿਰਜਣਾਤਮਿਕਤਾ। ਇਹਦੇ ਵਿੱਚ ਸਿਰਫ ਵਿਚਾਰਾਂ ਦਾ ਪ੍ਰਗਟਾ ਕੀਤਾ ਜਾਂਦਾ ਹਨਾ, ਤੇ ਇਸ ਕਿਸਮ ਦੀ ਸਿਰਜਣਾਤਮਕਤਾ ਵਿੱਚ ਸਿਰਫ ਪ੍ਰਗਟਾਵੇ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਜਿਵੇਂ ਬੱਚਿਆਂ ਦੁਆਰਾ ਕੀਤੀ ਗਈ ਪੇਂਟਿੰਗ ਆਦਿ ਇੱਕ ਅਜਿਹੀ ਸੁਤੰਤਰ ਸਿਰਜਣਾਤਮਕਤਾ ਦਾ ਪ੍ਰਗਟਾਵਾ ਜਿਸ ਵਿੱਚ ਹੁਨਰ, ਗੁਣਾਤਮਕ ਪੱਧਰ ਅਤੇ ਮੌਲਿਕਤਾ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ। ਮਤਲਬ ਇਹਦੇ ਵਿੱਚ ਕੀ ਆ ਕਿ ਮੰਨ ਲਓ 8-9 ਬੱਚੇ ਜਿਹੜੇ ਆ ਆਪਸ ਦੇ ਵਿੱਚ ਡਿਸਕਸ਼ਨ ਕਰ ਰਹੇ ਆ, ਇੱਕ ਦੂਜੇ ਦੇ ਵਿਚਾਰ ਲੈ ਰਹੇ ਆ ਕਿ ਆਪਾਂ ਕੋਈ ਇਸ ਤਰ੍ਹਾਂ ਦੀ ਪੇਂਟਿੰਗ ਬਣਾਉਣੀ ਆ। ਕੋਈ ਕਹੂਗਾ ਜੀ ਇਹਨੂੰ ਇਸ ਤਰੀਕੇ ਦੇ ਨਾਲ ਬਣਾਇਆ ਜਾ ਸਕਦਾ, ਕੋਈ ਕਹੂਗੀ ਇਹਦੇ ਵਿੱਚ ਆਹ ਵਾਲਾ, ਕੋਈ ਬੱਚਾ ਕਹੂਗਾ ਇਹਦੇ ਵਿੱਚ ਆਹ ਵਾਲਾ ਕਲਰ ਯੂਜ਼ ਕੀਤਾ ਜਾ ਸਕਦਾ, ਇੱਥੋਂ ਇਹਨੂੰ ਏਦਾਂ ਕੀਤਾ ਜਾ ਸਕਦਾ। ਮਤਲਬ ਜਸਟ ਪ੍ਰਗਟਾ ਕਰ ਰਹੇ ਆ, ਮਤਲਬ ਅੰਦਰ ਦੀ ਉਹਨਾਂ ਦੀ ਜਿਹੜੀ ਕ੍ਰੀਏਟੀਵਿਟੀ ਆ ਉਹਨਾਂ ਦਾ ਜਸਟ ਪ੍ਰਗਟਾ ਕਰ ਰਹੇ ਆ, ਠੀਕ ਆ, ਮਤਲਬ ਉਹਨਾਂ ਨੂੰ ਐਕਸਪ੍ਰੈਸ ਕਰ ਰਹੇ ਆ, ਠੀਕ ਆ, ਪਰ ਕੋਈ ਮੌਲਿਕ ਰੂਪ ਨਹੀਂ ਦੇ ਰਹੇ। ਮੌਲਿਕ ਰੂਪ ਉਦੋਂ ਹੀ ਦੇਣਗੇ ਨਾ ਜਦੋਂ ਉਹ ਪੇਂਟਿੰਗ ਬਣਾਉਣਗੇ। ਇੱਥੇ ਐਗਜ਼ਾਮਪਲ ਮੈਂ ਕਿਹਦੀ ਲੈ ਰਹੀ ਹਾਂ? ਪੇਂਟਿੰਗ ਦੀ ਲੈ ਰਹੀ ਹਾਂ, ਠੀਕ ਆ। ਉਸ ਤੋਂ ਬਾਅਦ ਤੁਹਾਨੂੰ ਸ਼ਬਦਾਂ ਤੋਂ ਹੀ ਕਲੀਅਰ ਹੁੰਦਾ ਜਾਊਗਾ ਐਕਸਪ੍ਰੈਸਿਵ ਕ੍ਰੀਏਟੀਵਿਟੀ ਕਿਹੜੀ ਹੁੰਦੀ ਹੈ, ਇਨੋਵੇਟਿਵ ਕਿਹੜੀ ਹੁੰਦੀ ਆ। ਇਨਸੈਂਟਿਵ ਦਾ ਤੇ ਤੁਹਾਨੂੰ ਪਤਾ ਹੀ ਆ, ਖੋਜਾਤਮਕ ਹੁੰਦਾ ਇਹਦਾ ਮਤਲਬ ਹਨਾ। ਉਸ ਤੋਂ ਬਾਅਦ ਸਾਡੇ ਅੱਗੇ ਆ ਜਾਂਦੀ ਆ ਪ੍ਰੋਡਕਟਿਵ ਕ੍ਰੀਏਟੀਵਿਟੀ। ਪ੍ਰੋਡਕਟਿਵ ਕ੍ਰੀਏਟੀਵਿਟੀ ਜਿਹੜੀ ਆ ਇਹ ਹੁੰਦੀ ਆ ਉਤਪਾਦਕ ਸਿਰਜਣਾਤਮਕਤਾ। ਇਸ ਕਿਸਮ ਦੀ ਸਿਰਜਣਾਤਮਕਤਾ ਵਿੱਚ ਕਲਾਤਮਕ ਅਤੇ ਵਿਗਿਆਨਕ ਵਸਤੂਆਂ ਪੈਦਾ ਕਰਨ ਦੀ ਪ੍ਰਵਿਰਤੀ ਸ਼ਾਮਿਲ ਹੁੰਦੀ ਹੈ। ਇਸ ਕਿਸਮ ਦੀ ਸਿਰਜਣਾਤਮਕਤਾ ਵਿੱਚ ਸੁਤੰਤਰਤਾ ਤੇ ਰੋਕ ਲਗਾ ਕੇ ਹੀ ਵੱਖ-ਵੱਖ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪ੍ਰੋਡਕਟਿਵ ਕ੍ਰੀਏਟੀਵਿਟੀ ਦੇ ਵਿੱਚ ਇਹ ਹੁੰਦਾ ਵਾ ਜਿਹੜੀਆਂ ਅਲੱਗ-ਅਲੱਗ ਪ੍ਰਕਾਰ ਦੇ ਸਮਾਨ ਬਣਾਉਣੇ, ਐਰੋਪਲੇਨ ਬਣਾਉਣਾ, ਮਤਲਬ ਸਾਇੰਸ ਦੇ ਨਾਲ ਸੰਬੰਧਿਤ ਕੋਈ ਚੀਜ਼ਾਂ ਬਣਾਉਣੀਆਂ। ਹੁਣ ਮੰਨ ਲਓ ਸਾਇੰਸ ਦੇ ਵਿੱਚ ਕੋਈ ਏਦਾਂ ਦੀ ਚੀਜ਼ ਬਣਾਉਣੀ ਆ, ਹੁਣ ਉੱਥੇ ਜਿਹੜੀਆਂ ਗੈਸਾਂ ਦਾ ਉਹਨਾਂ ਨੇ ਪ੍ਰਯੋਗ ਕਰਨ ਲਈ ਕਹਿ ਤਾ ਆਪਾਂ ਉਹੀ ਕਰਾਂਗੇ ਨਾ। ਮਤਲਬ ਇੱਕ ਦਾਇਰੇ ਦੇ ਵਿੱਚ ਲੈ ਕੇ ਸੁਤੰਤਰ ਰੋਕ ਹੁੰਦੀ ਆ। ਇਹਨਾਂ ਨੇ ਇਹ ਕਿਹਾ ਕਿ ਸਾਨੂੰ ਉੱਥੇ ਪੂਰੀ ਜਿਹੜੀ ਆ ਇੱਕ ਦਾਇਰੇ ਦੇ ਵਿੱਚ, ਜਾਂ ਕਹਿ ਲਓ ਵੀ ਇਹਦੇ ਵਿੱਚ ਸਾਡੀ ਕਨਵਰਜੈਂਟ ਥਿੰਕਿੰਗ ਕੰਮ ਕਰਦੀ ਹੈ ਹਨਾ। ਮਤਲਬ ਇੱਕ ਦਾਇਰੇ ਦੇ ਵਿੱਚ ਲੈ ਕੇ ਜੋ ਮੰਨ ਲਓ ਕੋਈ ਵੀ ਅਸੀਂ ਪ੍ਰੋਡਕਟ ਤਿਆਰ ਕਰਨਾ, ਕੋਈ ਵੀ ਚੀਜ਼ ਤਿਆਰ ਕਰਨੀ, ਉਹਦੇ ਲਈ ਜੋ ਸਾਨੂੰ ਪ੍ਰੋਡਕਟ ਦਿੱਤਾ ਗਿਆ ਅਸੀਂ ਉਹਨਾਂ ਨੂੰ ਹੀ ਵਰਤ ਸਕਦੇ। ਅਸੀਂ ਉਹਨਾਂ ਨੂੰ ਤੀਜਾ ਚੌਥਾ ਕੋਈ ਪ੍ਰੋਡਕਟ ਨਹੀਂ ਵਰਤਾਂਗੇ ਕਿਸੇ ਵੀ ਚੀਜ਼ ਦੇ ਵਿੱਚ। ਕਿਸੇ ਵਸਤੂ ਦੀ ਐਗਜ਼ਾਮਪਲ ਲੈ ਲਓ, ਕੋਈ ਵੀ ਐਗਜ਼ਾਮਪਲ ਲੈ ਲਓ ਹਨਾ। ਮਤਲਬ ਕਿ ਇੱਕ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਵਾ ਪ੍ਰੋਡਕਟਿਵ ਕ੍ਰੀਏਟੀਵਿਟੀ ਜਿਹੜੀ ਆ ਉਹ ਕੀਤੀ ਜਾਂਦੀ ਆ, ਠੀਕ ਆ। ਉਸ ਤੋਂ ਬਾਅਦ ਸਾਡੀ ਆ ਜਾਂਦੀ ਹੈ ਐਮਰਜੈਂਟਿਵ ਕ੍ਰੀਏਟੀਵਿਟੀ। ਐਮਰਜੈਂਟਿਵ ਕ੍ਰੀਏਟੀਵਿਟੀ ਹੁੰਦੀ ਹੈ ਸੰਕਟਕਾਲੀਨ ਸਿਰਜਣਾਤਮਕਤਾ। ਇਹ ਮੈਂ ਤੁਹਾਨੂੰ ਵੈਸੇ ਸਮਝਾ ਦਿੰਦੀ ਹਾਂ, ਬਹੁਤ ਈਜ਼ੀ ਆ। ਮੰਨ ਲਓ ਕਲਾਸ ਦੇ ਵਿੱਚ, ਬਾਹਰ ਸਮਾਜ ਦੇ ਵਿੱਚ, ਕਿਤੇ ਵੀ ਕੋਈ ਵੀ ਫੀਲਡ, ਚਾਹੇ ਬੱਚਾ ਆ ਕੁਛ ਵੀ ਆ ਹਨਾ। ਐਮਰਜੈਂਟਿਵ ਕ੍ਰੀਏਟੀਵਿਟੀ ਹੁੰਦੀ ਆ, ਐਮਰਜੈਂਸੀ ਦਾ ਸਮਝਦੇ ਹੋ ਨਾ, ਐਮਰਜੈਂਸੀ ਤਾਂ ਪਤਾ ਹੀ ਆ, ਅਚਾਨਕ ਹਨਾ। ਤੇ ਮੰਨ ਲਓ ਅਚਾਨਕ ਕੋਈ ਪ੍ਰੋਬਲਮ ਆ ਗਈ, ਕੋਈ ਪ੍ਰੋਬਲਮ, ਜਾਂ ਆਪਾਂ ਕਿਸੇ ਪ੍ਰੋਬਲਮ ਦੇ ਵਿੱਚ ਫਸ ਗਏ ਹਨਾ। ਤੇ ਕੋਈ ਇੱਕ ਬੰਦਾ ਉੱਠ ਕੇ ਕਵੇ, ਜਾਂ ਇੱਕ ਬੱਚਾ ਉਹਨਾਂ ਦੇ ਵਿੱਚੋਂ, ਜਾਂ ਉਸ ਗਰੁੱਪ ਦੇ, ਕਿਸੇ ਵੀ ਗਰੁੱਪ ਫੀਲਡ ਦੀ ਗੱਲ ਕਰ ਲਓ, ਉੱਥੇ ਇੱਕ ਬੱਚਾ ਜਾ ਕੇ ਕਵੇ ਕਿ ਮੇਰੇ ਕੋਲ ਆਈਡੀਆ ਵਾ, ਮਤਲਬ ਤੁਰੰਤ ਇਮੀਡੀਏਟ ਸੋਲਿਊਸ਼ਨ ਕੋਈ ਲੱਭ ਲੈਣਾ, ਉਹ ਹੁੰਦੀ ਆ ਐਮਰਜੈਂਟਿਵ ਕ੍ਰੀਏਟੀਵਿਟੀ ਹਨਾ। ਇਹ ਚੀਜ਼ ਮਤਲਬ ਫੋਰ ਐਗਜ਼ਾਮਪਲ ਕਹਿ ਲਓ ਕਿ ਜਿਵੇਂ ਮੰਨ ਲਓ ਕਿ ਆਪਾਂ ਟ੍ਰੈਫਿਕ ਦੇ ਵਿੱਚ ਫਸੇ ਆ, ਜਾਂ ਕਹਿ ਲਓ ਵੀ ਆਪਾਂ ਕਿਸੇ ਬੱਸ ਸਟਾਪ ਤੇ ਖੜੇ ਆ, ਜਾਂ ਆਪਾਂ ਨੂੰ ਕੋਈ ਬੱਸ ਨਹੀਂ ਮਿਲ ਰਹੀ ਹਨਾ। ਤੇ ਅਚਾਨਕ ਆਪਾਂ 3-4 ਜਾਣਿਆਂ ਦਾ ਗਰੁੱਪ ਆ, ਉਹਦੇ ਵਿੱਚੋਂ ਕੋਈ ਮਿਲ ਕੇ ਇੱਕ ਅੱਧਾ ਜਾਣਾ ਆਈਡੀਆ ਲੱਭ ਲੇ ਕਿ ਮੇਰੇ ਕੋਲ ਆਈਡੀਆ ਵਾ, ਜਾਂ ਆਪਾਂ ਇਸ ਤਰੀਕੇ ਦੇ ਨਾਲ ਉੱਥੇ ਪਹੁੰਚੀਏ। ਉਹ ਹੁੰਦੀ ਆ ਐਮਰਜੈਂਟਿਵ ਕ੍ਰੀਏਟੀਵਿਟੀ। ਮਤਲਬ ਕਿਸੇ ਮੁਸੀਬਤ ਦੇ ਵਿੱਚ ਫਸੇ ਹੋਣਾ ਤੇ ਅਚਾਨਕ ਉਸਦਾ ਕਿਸੇ ਨੇ ਹੱਲ ਲੱਭ ਲੈਣਾ, ਉਹ ਹੁੰਦੀ ਆ ਐਮਰਜੈਂਟਿਵ ਕ੍ਰੀਏਟੀਵਿਟੀ, ਠੀਕ ਆ। ਜਿਹੜੇ ਇਹ ਬਹੁਤਿਆਂ ਦੇ ਵਿੱਚ ਹੁੰਦੀ ਆ, ਬਹੁਤਿਆਂ ਦੇ ਵਿੱਚ ਨਹੀਂ ਹੁੰਦੀ, ਮਤਲਬ ਅਚਾਨਕ। ਤੇ ਜਿੱਦਾਂ ਹੁਣ ਕਈ ਆਪਾਂ ਆਮ ਕਹਿ ਨਹੀਂ ਦਿੰਦੇ, ਲੈ ਉਦੋਂ ਮੈਨੂੰ ਪਤਾ ਨਹੀਂ ਲੱਗਾ ਹਨਾ, ਕਾਸ਼ ਮੇਰੇ ਉਦੋਂ ਦਿਮਾਗ ਦੇ ਵਿੱਚ ਆ ਜਾਂਦਾ ਹਨਾ। ਤੇ ਬਾਅਦ ਵਿੱਚ ਏਦਾਂ ਸੋਚਦੇ ਆ, ਫਿਰ ਇਟ ਮੀਨਸ ਕਿ ਉਹਨਾਂ ਦੇ ਵਿੱਚ ਐਮਰਜੈਂਟਿਵ ਕ੍ਰੀਏਟੀਵਿਟੀ ਨਹੀਂ ਹੁੰਦੀ ਹਨਾ। ਤੇ ਕਈ ਕਹਿ ਦਿੰਦੇ ਨੇ ਨਾ ਉਸ ਟਾਈਮ ਤੇ, ਲੈ ਤੂੰ ਤੇ ਵਾਹਵਾ ਦਿਮਾਗ ਲਾ ਲਿਆ ਹਨਾ, ਲੈ ਤੂੰ ਚੰਗਾ ਰਹਿ ਗਿਆ, ਜਾਂ ਤੂੰ ਚੰਗੀ ਰਹਿ ਗਈ ਹਨਾ, ਏਦਾਂ
मतलब उत्थे आपां कह सकदे आ कि ਉਹ ਜਿਹੜੀ ਸਿਚੁਏਸ਼ਨ ਬਣੀ ਹੁੰਦੀ ਆ ਉਹ ਐਮਰਜੈਂਟਿਵ ਕ੍ਰੀਏਟੀਵਿਟੀ ਦੀ ਬਣੀ ਹੁੰਦੀ ਆ। ਠੀਕ ਹੈ, ਤੇ ਉਸ ਤੋਂ ਬਾਅਦ ਸਾਡੀਆਂ ਇਹ ਜਿਹੜੀਆਂ ਟਾਈਪਸ ਆ ਜ਼ਰੂਰ ਯਾਦ ਰੱਖਣੀਆਂ, ਜਿਹੜੀਆਂ ਕਿ ਕਿਉਂਕਿ ਇਹ ਇੰਪੋਰਟੈਂਟ ਕਿਉਂ ਆ ਕਿਉਂਕਿ ਜਿਹੜਾ ਫਾਦਰ ਆਫ ਕ੍ਰੀਏਟੀਵਿਟੀ ਆ ਈ ਪਾਉਲ ਨੇ ਇਹਨੇ ਦਿੱਤੀਆਂ ਸੀ ਜਿਹੜੀਆਂ ਟਾਈਪ ਕ੍ਰੀਏਟੀਵਿਟੀ ਦੀਆਂ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਉਸ ਤੋਂ ਬਾਅਦ ਡਿਫਰੈਂਸ ਬਿਟਵੀਨ ਕ੍ਰੀਏਟੀਵਿਟੀ ਐਂਡ ਇੰਟੈਲੀਜੈਂਸ, ਮਤਲਬ ਬੁੱਧੀ ਤੇ ਰਚਨਾਤਮਕਤਾ ਦੇ ਵਿੱਚ ਫਰਕ। ਠੀਕ ਹੈ, ਬਹੁਤ ਜ਼ਿਆਦਾ ਫਰਕ ਆ। ਪਰ ਕਹਿ ਲਓ ਵੀ ਜੇਕਰ ਬੱਚਾ ਇੰਟੈਲੀਜੈਂਟ ਆ ਤੇ ਜ਼ਰੂਰੀ ਨਹੀਂ ਆ ਕਿ ਉਹ ਬੱਚਾ ਕ੍ਰੀਏਟਿਵ ਹੀ ਹੋਊਗਾ, ਪਰ ਜੇਕਰ ਬੱਚਾ ਇੰਟੈਲੀਜੈਂਟ ਹੈਗਾ ਉਹ ਕ੍ਰੀਏਟਿਵ ਹੋ ਸਕਦਾ, ਪਰ ਇਹ ਨਹੀਂ ਜ਼ਰੂਰੀ ਕਿ ਜਿਹੜਾ ਇੰਟੈਲੀਜੈਂਟ ਆ ਉਹ ਕ੍ਰੀਏਟਿਵ ਹੀ ਹੋਊਗਾ। ਹੁਣ ਕੀ ਪੁਆਇੰਟ ਨਿਕਲ ਕੇ ਆਇਆ, ਇਹ ਪੁਆਇੰਟ ਨਿਕਲ ਕੇ ਆਇਆ ਕਿ ਸਾਡੀ ਇੰਟੈਲੀਜੈਂਟ ਕ੍ਰੀਏਟੀਵਿਟੀ ਦੇ ਵਿੱਚ ਪੋਜ਼ਿਟਿਵਿਟੀ ਲਿਆ ਸਕਦੀ ਆ, ਪਰ ਨੈਗੇਟਿਵਿਟੀ ਕਦੀ ਨਹੀਂ ਲਿਆ ਸਕਦੀ। ਮਤਲਬ ਇਹ ਕਿ ਇੰਟੈਲੀਜੈਂਟ ਬੱਚੇ ਦੇ ਵਿੱਚ ਕ੍ਰੀਏਟੀਵਿਟੀ ਆ ਸਕਦੀ ਹੈ, ਕੀ ਆ ਪੋਜ਼ਿਟਿਵ ਲੈ ਕੇ ਆ ਸਕਦੀ ਆ। ਪਰ ਇੱਕ ਸਾਈਡ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੰਟੈਲੀਜੈਂਟ ਬੱਚਾ ਕ੍ਰੀਏਟਿਵ ਹੀ ਹੋਊਗਾ। ਠੀਕ ਆ, ਤੇ ਹੁਣ ਜਿਹੜਾ ਆਪਾਂ ਟਰਮਨ ਨੇ IQ ਦਿੱਤਾ ਸੀ ਹਨਾ, ਤੇ ਉਹਨੇ ਟਰਮਨ ਨੇ ਸਿੱਧ ਕੀਤਾ ਸੀ। ਟਰਮਨ ਕਹਿੰਦਾ ਕਿ ਇਹ ਜ਼ਰੂਰੀ ਨਹੀਂ ਆ ਜਿਹੜਾ ਬੱਚਾ ਇੰਟੈਲੀਜੈਂਟ ਆ ਹੁਸ਼ਿਆਰ ਹੈ ਉਹ ਕ੍ਰੀਏਟਿਵ ਹੀ ਹੋਵੇ। ਕਹਿੰਦਾ ਜਿਹੜਾ ਬੱਚਾ ਇੰਟੈਲੀਜੈਂਟ ਨਹੀਂ ਆ ਹੋ ਸਕਦਾ ਉਹ ਕ੍ਰੀਏਟਿਵ ਹੋਵੇ। ਇਹ ਚੀਜ਼ ਜੇ ਕਿਹਨੇ ਕਹੀ ਸੀਗੀ, ਟਰਮਨ ਨੇ ਕਹੀ ਸੀ, ਜਿਹਨੇ IQ ਦਾ ਫਾਰਮੂਲਾ ਦਿੱਤਾ ਸੀ। ਇਹਨਾਂ ਨੂੰ ਪੜਾਂਗੇ ਆਪਾਂ ਅੱਗੇ ਜਾ ਕੇ। ਠੀਕ ਆ, ਇੱਕ ਵਿਦ ਚਿੰਤਨ ਬੁੱਧੀ ਦਾ ਆਧਾਰ ਹੈ, ਜਦੋਂ ਕਿ ਬਹੁਵਿਧ ਚਿੰਤਨ ਰਚਨਾਤਮਕਤਾ ਦਾ ਆਧਾਰ ਹੈ। ਇੱਕ ਵਿਦ ਚਿੰਤਨ ਵਿੱਚ ਵਿਅਕਤੀ ਦੀ ਪ੍ਰਵਿਰਤੀ ਇੱਕ ਹੀ ਵਿਚਾਰ ਜਾਂ ਪ੍ਰਤੀਕਿਰਿਆ ਲੱਭਣ ਵਿੱਚ ਹੁੰਦੀ ਹੈ। ਬੁੱਧ ਚਿੰਤਨ ਮਤਲਬ ਇੰਟੈਲੀਜੈਂਟ ਦੀ ਗੱਲ ਕਰ ਰਿਹਾ। ਕਹਿੰਦਾ ਇੰਟੈਲੀਜੈਂਟ ਕੀ ਆ, ਮਤਲਬ ਕਿਸੇ ਇੱਕ ਵਿਚਾਰ ਤੇ ਪ੍ਰਤੀਕਿਰਿਆ ਦੇਣਾ ਹਨਾ। ਫਰਕ ਕੀ ਆ, ਮਤਲਬ ਅਸੀਂ ਇੱਥੇ ਇੰਟੈਲੀਜੈਂਟ ਤੇ ਕ੍ਰੀਏਟੀਵਿਟੀ ਦੇ ਵਿੱਚ ਫਰਕ ਜਿਹੜਾ ਵਾ ਦੇਖ ਰਹੇ। ਮੰਨ ਲਓ ਕੋਈ ਵੀ ਇੱਕ ਕੁਐਸਚਨ ਆ, ਕੋਈ ਇੱਕ ਕੁਐਸਚਨ ਤੇ ਜੇ ਹੁਣ ਆਪਣੇ ਕੋਲ ਦੋ ਬੱਚੇ ਆ, ਇੱਕ ਆਪਣੇ ਕੋਲ ਇੰਟੈਲੀਜੈਂਟ ਬੱਚਾ ਵਾ, ਇੱਕ ਆਪਣੇ ਕੋਲ ਕ੍ਰੀਏਟਿਵ ਬੱਚਾ। ਹੁਣ ਜਿਹੜਾ ਇੰਟੈਲੀਜੈਂਟ ਬੱਚਾ ਉਹ ਉਸ ਕੁਐਸਚਨ ਦਾ ਆਨਸਰ ਪੂਰਾ ਮਤਲਬ ਡਿਟੇਲ ਦੇ ਨਾਲ ਜੋ ਉਹਦਾ ਆਨਸਰ ਬਣਦਾ ਉਹ ਆਨਸਰ ਦੇ ਦੂਗਾ। ਠੀਕ ਹੈ, ਉਹ ਹੋ ਗਿਆ ਇੰਟੈਲੀਜੈਂਟ ਬੱਚਾ। ਪਰ ਇਹਦੇ ਆਪੋਜ਼ਿਟ ਜਿਹੜਾ ਕ੍ਰੀਏਟਿਵ ਬੱਚਾ ਵਾ ਉਹ ਉਸੇ ਕੁਐਸਚਨ ਦਾ ਆਨਸਰ ਦੋ ਜਾਂ ਦੋ ਤੋਂ ਵੱਧ ਤਰੀਕਿਆਂ ਨਾਲ ਦੇ ਸਕਦਾ। ਇਹ ਫਰਕ ਆ। ਠੀਕ ਆ, ਤੁਹਾਨੂੰ ਪਤਾ ਲੱਗ ਗਿਆ ਨਾ ਕ੍ਰੀਏਟਿਵ ਤੇ ਇੰਟੈਲੀਜੈਂਟ ਦੇ ਵਿੱਚ ਫਰਕ ਕੀ ਆ। ਠੀਕ ਆ, ਉੱਥੇ ਕੁਐਸਚਨ ਥੋੜਾ ਘੁਮਾ ਫਿਰਾ ਕੇ ਆਉਂਦੇ ਆ, ਪਰ ਉੱਥੇ ਤੁਸੀਂ ਆਪਣੀ ਕਾਮਨ ਸੈਂਸ ਲਗਾਉਣੀ ਹੁੰਦੀ ਹੈ। ਠੀਕ ਆ, ਇਹ ਅਕਸਰ ਵੇਖਿਆ ਗਿਆ ਹੈ ਕਿ ਉੱਚ ਸਿਰਜਣਾਤਮਕ ਹੋਣਾ, ਇੱਥੇ ਸੌਰੀ ਸਪੈਲਿੰਗ ਗਲਤ ਆ, ਕੋਲ ਉੱਚ ਪੱਧਰੀ ਬੁੱਧੀ ਹੁੰਦੀ ਹੈ, ਪਰੰਤੂ ਇਹ ਜ਼ਰੂਰੀ ਨਹੀਂ ਕਿ ਇੱਕ ਬੁੱਧੀਮਾਨ ਵਿਅਕਤੀ ਇੱਕ ਸਿਰਜਣਾਤਮਕ ਵਿਅਕਤੀ ਹੋਵੇ। ਉਹੀ ਗੱਲ ਆ ਗਈ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ। ਮਤਲਬ ਕੀ ਕਹਿੰਦੇ ਕਿ ਜਿਹੜਾ ਕੋਈ ਕ੍ਰੀਏਟਿਵ ਬੰਦਾ ਵਾ ਕੋਈ ਵੀ, ਉਹਦੇ ਕੋਲ ਬਹੁਤ ਉੱਚੀ ਇੰਟੈਲੀਜੈਂਟ ਹੁੰਦੀ ਆ, ਮਤਲਬ ਕਿ ਉਹ ਬਹੁਤ ਹਾਈ ਲੈਵਲ ਤੇ ਇੰਟੈਲੀਜੈਂਟ ਹੁੰਦਾ ਵਾ ਕ੍ਰੀਏਟਿਵ ਬੱਚਾ। ਪਰ ਕਹਿੰਦੇ ਇਹ ਜ਼ਰੂਰੀ ਨਹੀਂ ਕਿ ਜਿਹੜਾ ਇੰਟੈਲੀਜੈਂਟ ਆ ਉਹ ਕ੍ਰੀਏਟਿਵ ਹੋਵੇ। ਫਰਕ ਪਤਾ ਲੱਗ ਗਿਆ। ਮਤਲਬ ਗੱਲ ਇਹ ਵੀ ਨੈਗੇਟਿਵ ਨਹੀਂ, ਇੰਟੈਲੀਜੈਂਟ ਨੈਗੇਟਿਵਿਟੀ ਨਹੀਂ ਲਿਆਉਂਦੀ। ਇੰਟੈਲੀਜੈਂਟ ਬੱਚੇ ਜਾਂ ਬੰਦੇ ਦੇ ਅੰਦਰ ਕ੍ਰੀਏਟੀਵਿਟੀ ਉਤਪੰਨ ਕੀਤੀ ਜਾ ਸਕਦੀ ਆ। ਠੀਕ ਹੈ, ਇਹ ਚੀਜ਼ ਆ, ਮਤਲਬ ਪੋਜ਼ਿਟਿਵ ਜਿਹੜੀ ਆ ਪੋਜ਼ਿਟਿਵਿਟੀ ਲੈ ਕੇ ਆ ਸਕਦੀ ਆ ਕ੍ਰੀਏਟੀਵਿਟੀ ਦੇ ਸੰਬੰਧ ਦੇ ਵਿੱਚ। ਠੀਕ ਆ, ਬੁੱਧੀ ਪ੍ਰੀਖਣਾ ਵਿੱਚ ਗਿਆਨਾਤਮਕ ਵਿਵਹਾਰ ਦੀ ਗਤੀ ਅਤੇ ਸ਼ੁੱਧਤਾ ਤੇ ਬਲ ਦਿੱਤਾ ਜਾਂਦਾ ਹੈ, ਜਦੋਂ ਕਿ ਰਚਨਾਤਮਕਤਾ ਪ੍ਰੀਖਿਆਵਾਂ ਵਿੱਚ ਨਵੀਨਤਾ, ਲਚਕਤਾ ਅਤੇ ਮੌਲਿਕਤਾ ਤੇ ਜ਼ੋਰ ਦਿੱਤਾ ਜਾਂਦਾ ਹੈ। ਕਿ ਮਤਲਬ ਕਿ ਜਿਹੜੇ ਸਾਡੇ IQ ਟੈਸਟ ਹੁੰਦੇ ਆ, ਉਹਨਾਂ ਟੈਸਟਾਂ ਦੇ ਵਿੱਚ ਬੱਚੇ ਦੀ ਨੌਲੇਜ ਚੈੱਕ ਕਰਾਂਗੇ ਹਨਾ, ਉਹਦਾ ਬਿਹੇਵੀਅਰ ਚੈੱਕ ਕਰਾਂਗੇ, ਉਹਦੀ ਸਿੱਖਣ ਦੀ ਗਤੀ ਚੈੱਕ ਕਰ ਲਾਂਗੇ, ਉਹਦੀ ਸ਼ੁੱਧਤਾ ਲੈਂਗੁਏਜ ਸ਼ੁੱਧਤਾ ਚੈੱਕ ਕਰ ਲਾਂਗੇ, ਉਹਦੇ ਤੇ ਬਲ ਦਿੱਤਾ ਜਾਂਦਾ ਵਾ IQ ਲੈਵਲਾਂ ਦੇ ਵਿੱਚ। ਪਰ ਜਦੋਂ ਕ੍ਰੀਏਟੀਵਿਟੀ ਟੈਸਟ ਲਏ ਜਾਂਦੇ ਆ ਤੇ ਉਹਦੇ ਵਿੱਚ ਬੱਚੇ ਦੀ ਨੌਲੇਜ ਨਹੀਂ ਦੇਖੀ ਜਾਂਦੀ, ਨਾ ਹੀ ਬੱਚੇ ਦਾ ਬਿਹੇਵੀਅਰ ਦੇਖਿਆ ਜਾਂਦਾ, ਨਾ ਹੀ ਉਹਦੀ ਸਿੱਖਣ ਦੀ ਗਤੀ ਦੇਖੀ ਜਾਂਦੀ। ਉਹਦੇ ਵਿੱਚ ਦੇਖਿਆ ਜਾਂਦਾ ਕਿ ਬੱਚੇ ਦੇ ਵਿੱਚ ਨਵੀਨਤਾ ਕੀ ਆ, ਜਾਂ ਕੋਈ ਬੰਦਾ ਉਹ ਕਿਹੜਾ ਨਵਾਂ ਕੰਮ ਕਰ ਸਕਦਾ, ਉਹਦੇ ਵਿੱਚ ਕਿੰਨੀ ਕੁ ਫਲੈਕਸੀਬਿਲਿਟੀ ਹੈ। ਜੇ ਉਹਦੇ ਅੰਦਰ ਕੋਈ ਨਵੇਂ ਵਿਚਾਰ ਆਉਂਦੇ ਆ ਤੇ ਉਹਦੇ ਵਿੱਚ ਮੌਲਿਕਤਾ ਕਿੰਨੀ ਕੁ ਆ, ਮਤਲਬ ਉਹਨਾਂ ਨਵੇਂ ਵਿਚਾਰ ਜਿਹੜੇ ਉਹਦੇ ਮਾਇੰਡ ਦੇ ਵਿੱਚ ਆਉਂਦੇ ਉਹਨਾਂ ਨੂੰ ਕਿੱਦਾਂ ਅਮਲੀ ਜਾਮਾ ਪਵਾ ਸਕਦਾ ਉਹ। ਸੋ ਕਿੰਨਾ ਵੱਡਾ ਫਰਕ ਜਿਹੜਾ ਆਹ ਵਾਲਾ ਪੈਰਾ ਪੜਿਆ ਆਪਾਂ, ਇਹਦੇ ਵਿੱਚੋਂ ਕਿੰਨਾ ਵੱਡਾ ਫਰਕ ਨਿਕਲ ਕੇ ਸਾਹਮਣੇ ਆਇਆ ਇੰਟੈਲੀਜੈਂਟ ਦੇ ਵਿੱਚ ਤੇ ਕ੍ਰੀਏਟੀਵਿਟੀ ਦੇ ਵਿੱਚ।
ਕਲੀਅਰ ਹੈ? ਇੱਥੋਂ ਤੱਕ ਹੀ ਮੈਨੂੰ ਹੋਪ ਆ ਕਿ ਤੁਹਾਨੂੰ ਕ੍ਰੀਏਟੀਵਿਟੀ ਤੇ ਇੰਟੈਲੀਜੈਂਟ ਦੇ ਵਿੱਚ ਫਰਕ ਜਿਹੜਾ ਵਾ ਪਤਾ ਲੱਗ ਗਿਆ ਹੋਊਗਾ। ਉਸ ਤੋਂ ਬਾਅਦ ਆਪਾਂ ਜਾਣਦੇ ਆ ਬ੍ਰੇਨ ਸਟੋਰਮਿੰਗ। ਬਹੁਤੇ ਬੱਚਿਆਂ ਨੂੰ ਬ੍ਰੇਨ ਸਟੋਰਮਿੰਗ ਦਾ ਨਹੀਂ ਪਤਾ ਹੁੰਦਾ। ਬ੍ਰੇਨ ਸਟੋਰਮਿੰਗ ਹੁੰਦੀ ਆ ਜਿਹਦੇ ਵਿੱਚ ਅਲੱਗ-ਅਲੱਗ ਮੈਂ ਇੱਥੇ ਕਿਉਂਕਿ ਆਪਾਂ ਕਹਿ ਲਓ ਵੀ ਆਪਣਾ ਸੰਬੰਧ ਹੈ ਸਕੂਲ ਨਾਲ, ਸਕੂਲੀ ਮਤਲਬ ਆਪਾਂ ਸਟੂਡੈਂਟ ਦੇ ਨਾਲ ਹੈਗੇ ਆ ਹਨਾ। ਤੇ ਇੱਥੇ ਆਪਾਂ ਐਗਜ਼ਾਮਪਲ ਵੀ ਜ਼ਿਆਦਾ ਸਟੂਡੈਂਟ ਦੀ ਲਵਾਂਗੇ। ਬ੍ਰੇਨ ਸਟੋਰਮਿੰਗ ਮਤਲਬ ਜਿੱਥੇ ਆਪਾਂ 7 ਤੋਂ 8 ਵਿਦਿਆਰਥੀ ਜਾਂ ਸਟੂਡੈਂਟ ਇਕੱਠੇ ਕਰ ਲੈਂਦੇ ਹਾਂ ਹਨਾ, ਤੇ ਉਹਨਾਂ ਦੇ ਵਿਚਾਰ ਲੈਂਦੇ ਆ ਹਨਾ ਅਲੱਗ-ਅਲੱਗ। ਬਾਏ ਔਸਬਰਨ ਕਹਿੰਦਾ ਬੁੱਧੀਸ਼ੀਲਤਾ ਦਿਮਾਗ ਦੀ ਸਥਿਤੀ ਇੱਕ ਅਜਿਹੀ ਸਥਿਤੀ ਹੈ ਜਿੱਥੇ ਲੋਕਾਂ ਦਾ ਇਹ ਸਮੂਹ ਨਵੇਂ ਵਿਚਾਰ ਸਿਰਜਣ ਅਤੇ ਸਮੱਸਿਆ ਦਾ ਹੱਲ ਕਰਨ ਲਈ ਮਿਲਦੇ ਹਨ। ਮਤਲਬ ਕਿ ਜਿੱਥੇ ਕਹਿ ਲਓ ਕੋਈ ਕਮੇਟੀ ਬਿਠਾ ਲੈਣੀ ਹਨਾ, ਕੋਈ ਕਿਸੇ ਦੇ ਥਾਟ ਲੈਣੇ, ਵਿਚਾਰ ਵਟਾਂਦਰਾ ਕਹਿ ਲਓ। ਬ੍ਰੇਨ ਸਟੋਰਮਿੰਗ ਦੀ ਤੁਸੀਂ ਮੀਨਿੰਗ ਕੀ ਲੈ ਕੇ ਚੱਲ ਸਕਦੇ ਆ? ਜਿੱਥੇ ਕੋਈ ਵਿਚਾਰ ਵਟਾਂਦਰਾ ਹੁੰਦਾ ਹਨਾ, ਉਹ ਚੀਜ਼। ਇਹ ਇੱਕ ਅਜਿਹੀ ਤਕਨੀਕ ਹੈ ਜੋ ਨਵੇਂ ਵਿਚਾਰ ਪੈਦਾ ਕਰਨ ਦੀ ਸਮਰੱਥਾ ਨੂੰ ਵਧਾਉਂਦੀ ਹੈ। ਬਹੁਤ ਵਧੀਆ ਚੀਜ਼ ਆ ਬ੍ਰੇਨ ਸਟੋਰਮਿੰਗ। ਮਤਲਬ ਜਿੱਥੇ ਅਲੱਗ-ਅਲੱਗ ਪ੍ਰਕਾਰ ਦੇ ਵਿਚਾਰ ਲੋਕੀ ਦੇਣਗੇ, ਨਵੇਂ-ਨਵੇਂ ਵਿਚਾਰ ਹਨਾ। ਮਤਲਬ ਹਰ ਇੱਕ ਬੰਦਾ ਜਿਹੜਾ ਵਾ ਆਪਣੀ ਥਿੰਕਿੰਗ ਦੇ ਅਕੋਰਡਿੰਗ ਜਿਹੜਾ ਵਾ ਨਵੇਂ-ਨਵੇਂ ਵਿਚਾਰ ਪੇਸ਼ ਕਰਦਾ। ਮਤਲਬ ਬ੍ਰੇਨ ਸਟੋਰਮਿੰਗ ਹੈ ਹੀ ਕੀ? ਵਿਚਾਰ ਵਟਾਂਦਰਾ ਹੈ। ਇਹ ਇੱਕ ਵਿਸ਼ਿਸ਼ਟ ਖੇਤਰ ਨਾਲ ਸੰਬੰਧਿਤ ਵਿਚਾਰਾਂ ਦੀ ਵੱਧ ਤੋਂ ਵੱਧ ਸੰਖਿਆ ਪ੍ਰਾਪਤ ਕਰਨ ਦੇ ਲਈ ਡਿਜ਼ਾਈਨ ਕੀਤੀ ਜਾਂਦੀ ਹੈ। ਮਤਲਬ ਕਿਸੇ ਇੱਕ ਟੌਪਿਕ ਦੇ ਨਾਲ ਰਿਲੇਟਡ ਹਨਾ, ਅਲੱਗ-ਅਲੱਗ ਪ੍ਰਕਾਰ ਦੇ ਇਨਸਾਨਾਂ ਕੋਲੋਂ, ਬੰਦਿਆਂ ਕੋਲੋਂ ਹਨਾ, ਕੋਈ ਵੀ ਆ, ਚਾਹੇ ਸਟੂਡੈਂਟ ਆ, ਵਿਅਕਤੀ ਆ, ਕਿਸੇ ਵੀ ਫੀਲਡ ਦੇ ਵਿੱਚ ਕਿਸੇ ਇੱਕ ਟੌਪਿਕ ਨੂੰ ਲੈ ਕੇ ਅਲੱਗ-ਅਲੱਗ ਵਿਚਾਰ ਇਕੱਠੇ ਕਰਨਾ, ਉਹਦੇ ਲਈ ਕਹਿੰਦੇ ਡਿਜ਼ਾਈਨ ਕੀਤੀ ਗਈ ਆ ਬ੍ਰੇਨ ਸਟੋਰਮਿੰਗ। ਉਸ ਤੋਂ ਬਾਅਦ ਕਰੈਕਟਰਿਸਟਿਕਸ ਆ ਜਾਂਦੇ ਆ ਬ੍ਰੇਨ ਸਟੋਰਮਿੰਗ ਦੇ। ਇਹ ਇੱਕ ਬੌਧਿਕ ਮਾਨਸਿਕ ਗਤੀਵਿਧੀ ਹੈ। ਵੱਧ ਤੋਂ ਵੱਧ ਜਾਂ ਸਾਰੇ ਵਿਦਿਆਰਥੀ ਭਾਗ ਇਹਦੇ ਵਿੱਚ ਲੈ ਸਕਦੇ ਆ। ਮਤਲਬ ਇਹ ਕਿ ਸਾਰੇ ਹੀ ਵਿਦਿਆਰਥੀ ਇਹਦੇ ਵਿੱਚ ਆਪਣੇ ਵਿਚਾਰ ਦੇ ਸਕਦੇ ਆ ਬ੍ਰੇਨ ਸਟੋਰਮਿੰਗ ਦੇ ਰਾਹੀਂ। ਹਰ ਵਿਦਿਆਰਥੀ ਆਪਣੇ ਨਿੱਜੀ ਵਿਚਾਰ ਦਿੰਦਾ ਹੈ। ਹਰੇਕ ਵਿਚਾਰ ਨਾ ਤਾਂ ਸਹੀ ਹੁੰਦਾ ਹੈ ਅਤੇ ਨਾ ਹੀ ਗਲਤ। ਮਤਲਬ ਇਹ ਕਹਿੰਦੇ ਇਹਦੇ ਵਿੱਚ ਹਰ ਇੱਕ ਵਿਦਿਆਰਥੀ ਜਿਹੜਾ ਵਾ ਉਹ ਆਪਣਾ ਪਰਸਨਲ ਥਾਟ ਜਿਹੜਾ ਵਾ ਸਾਹਮਣੇ ਰੱਖ ਦਿੰਦਾ, ਚਾਹੇ ਉਹ ਗਲਤ ਹੋਵੇ ਚਾਹੇ ਉਹ ਸਹੀ ਹੋਵੇ। ਇਸ ਵਿੱਚ ਅਪਸਾਰੀ ਚਿੰਤਨ ਸ਼ਾਮਿਲ ਕਰਦਾ। ਅਪਸਾਰੀ ਚਿੰਤਨ ਸ਼ਾਮਿਲ ਹੁੰਦਾ। ਅਪਸਾਰੀ ਚਿੰਤਨ ਹੁੰਦਾ ਵਾ ਸਾਡੀ ਕਨਵਰਜੈਂਟ ਥਿੰਕਿੰਗ। ਇੱਕ ਕਨਵਰਜੈਂਟ ਥਿੰਕਿੰਗ ਹੁੰਦੀ ਹੈ, ਇੱਕ ਸਾਡੀ ਡਾਇਵਰਜੈਂਟ ਥਿੰਕਿੰਗ ਹੁੰਦੀ ਹੈ। ਡਾਇਵਰਜੈਂਟ ਥਿੰਕਿੰਗ ਦਾ ਦਾਇਰਾ ਜਿਹੜਾ ਵਾ ਉਹ ਵੱਡਾ ਹੁੰਦਾ ਵਾ, ਪਰ ਕਨਵਰਜੈਂਟ ਥਿੰਕਿੰਗ ਦਾ ਦਾਇਰਾ ਜਿਹੜਾ ਵਾ ਉਹ ਛੋਟਾ ਹੁੰਦਾ। ਠੀਕ ਹੈ। ਉਸ ਤੋਂ ਬਾਅਦ ਸਾਡੀਆਂ ਟਾਈਪਸ ਆ ਜਾਂਦੀਆਂ ਵਾ, ਟਾਈਪਸ ਆਫ ਬ੍ਰੇਨ ਸਟੋਰਮਿੰਗ। ਜਦੋਂ ਅਸੀਂ ਟਾਈਪਸ ਦੀ ਗੱਲ ਕਰਦੇ ਹਾਂ ਤਾਂ ਇਹਦੀਆਂ ਦੋ ਟਾਈਪਸ ਮਿਲਦੀਆਂ ਵਾ, ਸਟਰਕਚਰਡ ਬ੍ਰੇਨ ਸਟੋਰਮਿੰਗ ਤੇ ਇੱਕ ਅਨਸਟਰਕਚਰਡ ਬ੍ਰੇਨ ਸਟੋਰਮਿੰਗ। ਸਟਰਕਚਰ ਬ੍ਰੇਨ ਸਟੋਰਮਿੰਗ ਜਿਹੜੀ ਹੁੰਦੀ ਆ, ਮਤਲਬ ਇਹਦੇ ਵਿੱਚ ਸਾਡੀ ਕਨਵਰਜੈਂਟ ਥਿੰਕਿੰਗ ਕੰਮ ਕਰਦੀ ਹੈ। ਮਤਲਬ ਇੱਕ ਇਨ ਬਾਕਸ, ਇੱਥੇ ਕੀ ਐਗਜ਼ਾਮਪਲ ਲੈ ਸਕਦੇ ਆ? ਇਨ ਬਾਕਸ। ਅਨਸਟਰਕਚਰ ਦਾ ਮਤਲਬ ਆਊਟ ਆਫ ਬਾਕਸ। ਇੱਥੇ ਸਾਡੀ ਕਿਹੜੀ ਥਿੰਕਿੰਗ ਕੰਮ ਕਰੂਗੀ? ਕਨਵਰਜੈਂਟ ਥਿੰਕਿੰਗ ਕੰਮ ਕਰੂਗੀ। ਇੱਥੇ ਸਾਡੀ ਕਿਹੜੀ ਥਿੰਕਿੰਗ ਕੰਮ ਕਰੂਗੀ? ਸਾਡੀ ਡਾਇਵਰਜੈਂਟ ਥਿੰਕਿੰਗ ਕੰਮ ਕਰੂਗੀ। ਅਨਸਟਰਕਚਰ ਮਤਲਬ ਆਊਟ ਆਫ ਬਾਕਸ, ਸਟਰਕਚਰਡ ਬ੍ਰੇਨ ਸਟੋਰਮਿੰਗ ਮਤਲਬ ਇਨ ਬਾਕਸ। ਠੀਕ ਹੈ, ਕਲੀਅਰ ਹੋ ਗਿਆ ਨਾ? ਉਸ ਤੋਂ ਬਾਅਦ ਸਾਡੀਆਂ ਆ ਜਾਂਦੀਆਂ ਵਾ ਸਾਇਲੈਂਟ ਬ੍ਰੇਨ ਸਟੋਰਮਿੰਗ, ਮੂਕ ਬੁੱਧੀਸ਼ੀਲਤਾ। ਮਤਲਬ ਇੱਕ ਸਾਇਲੈਂਟ ਬ੍ਰੇਨ ਸਟੋਰਮਿੰਗ ਹੁੰਦੀ ਆ। ਠੀਕ ਆ, ਮਤਲਬ ਕਿ ਜਿਹਦੇ ਵਿੱਚ ਸਾਨੂੰ ਬੋਲਣਾ ਨਹੀਂ ਪੈਂਦਾ, ਅਸੀਂ ਆਪੋ ਆਪਣੀਆਂ ਉਹ ਇੱਕ ਸਟੈਪ ਦਿੱਤੇ ਜਾਂਦੇ ਆ, ਉਹਨਾਂ ਸਟੈਪ ਦੇ ਰਾਹੀਂ ਜਿਹੜੇ ਬ੍ਰੇਨ ਸਟੋਰਮਿੰਗ ਜਿਹੜੀ ਆ ਡਿਜ਼ਾਈਨ ਕੀਤੀ ਜਾਂਦੀ ਆ, ਉਹਨਾਂ ਸਟੈਪ ਦੇ ਰਾਹੀਂ। ਠੀਕ ਆ। ਬਾਏ ਕਿਹਨੇ ਦਿੱਤੀ? ਬਾਏ ਗ੍ਰਾਹਿਮ ਵਾਲਸ। ਨਾਮ ਯਾਦ ਰੱਖਣਾ, ਸਾਇਲੈਂਟ ਬ੍ਰੇਨ ਸਟੋਰਮਿੰਗ ਕਿਹਨੇ ਦਿੱਤੀ ਸੀ? ਬਾਏ ਗ੍ਰਾਹਿਮ ਵਾਲਸ। ਮੰਨ ਲਓ ਕਿ ਜਿੱਦਾਂ ਹੁਣ ਬ੍ਰੇਨ ਸਟੋਰਮਿੰਗ ਦੀ ਆਪਾਂ ਗੱਲ ਕੀਤੀ ਕਿ ਵਿਚਾਰ ਵਟਾਂਦਰਾ ਕੀਤਾ ਜਾਂਦਾ, ਵਿਚਾਰ ਇਕੱਠੇ ਕੀਤੇ ਜਾਂਦੇ ਹਨਾ, ਤੇ ਸਾਇਲੈਂਟ ਜਿਹੜੀ ਬ੍ਰੇਨ ਸਟੋਰਮਿੰਗ ਉਹਦੇ ਵਿੱਚ ਕੀ ਹੋਊਗਾ ਕਿ ਬੱਚਿਆਂ ਨੂੰ ਅਲੱਗ-ਅਲੱਗ ਪ੍ਰਕਾਰ ਦੇ ਸਟੈਪ ਦੇ ਦਿੱਤੇ ਜਾਣਗੇ ਹਨਾ, ਤੇ ਉਹਨਾਂ ਨੇ ਉਹਦੇ ਰਾਹੀਂ ਆਪੋ ਆਪਣੇ ਵਿਚਾਰ ਦੇਣੇ ਆ। ਹੁਣ ਹੋਊਗਾ ਕੀ, ਜਦੋਂ ਆਪਾਂ ਸਟੈਪ ਪੜਾਂਗੇ ਉਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਊਗਾ ਪ੍ਰੈਪਰੇਸ਼ਨ, ਮਤਲਬ ਪਹਿਲਾਂ ਤਿਆਰੀ ਕਰ ਲੈਣੀ। ਇਨਕੂਬੇਸ਼ਨ ਦਾ ਮਤਲਬ ਹੁੰਦਾ ਵਾ ਉਦਪਵਨ, ਮਤਲਬ ਇਹਦਾ ਮਤਲਬ ਹੁੰਦਾ ਵਾ ਪ੍ਰਫੁੱਲਿਤ ਕਰਨਾ ਕਿਸੇ ਚੀਜ਼ ਨੂੰ। ਪਹਿਲਾਂ ਅਸੀਂ ਕਿਸੇ ਚੀਜ਼ ਦੀ ਤਿਆਰੀ ਕੀਤੀ, ਫਿਰ ਉਸ ਚੀਜ਼ ਨੂੰ ਪ੍ਰਫੁੱਲਿਤ ਕੀਤਾ। ਉਸ ਤੋਂ ਬਾਅਦ ਇਲੂਮੀਨੇਸ਼ਨ ਸਪਸ਼ਟੀਕਰਨ, ਜਾਂ ਕਹਿ ਲਓ ਆਪਾਂ ਕਹਿੰਦੇ ਨੇ ਪੰਜਾਬੀ ਵਿੱਚ ਚਾਨਣਾ ਪਾਓ। ਮੈਂ ਤੁਹਾਨੂੰ ਮੈਂ ਦੇਸੀ ਭਾਸ਼ਾ ਦੇ ਵਿੱਚ ਸਮਝਾਦਾ, ਚਾਨਣਾ ਪਾਓ ਮਤਲਬ ਪਹਿਲਾਂ ਪ੍ਰੈਪਰੇਸ਼ਨ ਕਰਨਾ, ਤਿਆਰੀ ਕਰਨਾ। ਇਨਕੂਬੇਸ਼ਨ ਮਤਲਬ ਉਸ ਚੀਜ਼ ਨੂੰ ਫਿਰ ਪ੍ਰਫੁੱਲਿਤ ਕਰਨਾ। ਉਸ ਤੋਂ ਬਾਅਦ ਇਲੂਮੀਨੇਸ਼ਨ ਸਪਸ਼ਟੀਕਰਨ ਦੇਣਾ ਜਾਂ ਉਸ ਚੀਜ਼ ਤੇ ਚਾਨਣਾ ਪਾਉਣਾ। ਵੈਰੀਫਿਕੇਸ਼ਨ ਫਿਰ ਉਸ ਚੀਜ਼ ਦੀ ਜਾਂਚ ਪੜਤਾਲ ਕਰਨਾ। ਇਹ ਆ ਸਾਇਲੈਂਟ ਬ੍ਰੇਨ ਸਟੋਰਮਿੰਗ ਦੇ ਸਾਡੇ ਸਟੈਪ। ਠੀਕ ਹੈ, ਬਸ ਇਹ ਸਾਡੀ ਹੈਗੀ ਸੀਗੀ
ਕ੍ਰੀਏਟੀਵਿਟੀ ਤੇ ਯਾਦ ਰੱਖਣਾ ਵੀ ਸਭ ਤੋਂ ਇੰਪੋਰਟੈਂਟ ਚੀਜ਼ ਇਹਦੇ ਵਿੱਚ ਇਹ ਆ ਕਿ ਜਿਹੜਾ ਫਾਦਰ ਆਫ ਹੈਗਾ ਆ ਕ੍ਰੀਏਟੀਵਿਟੀ ਈ ਪਾਉਲ ਟੋਰੈਂਸ, ਇਹਨੇ ਜਿਹੜੀਆਂ ਕ੍ਰੀਏਟੀਵਿਟੀ ਦੀਆਂ ਟਾਈਪ ਦਿੱਤੀਆਂ, ਇੱਕ ਤਾਂ ਉਹ ਜ਼ਿਆਦਾ ਇੰਪੋਰਟੈਂਟ ਆ, ਕਿਹੜੀਆਂ ਕਿਹੜੀਆਂ ਆ, ਇਨਸੈਂਟਿਵ ਆ, ਇਨੋਵੇਟਿਵ ਆ, ਐਕਸਪ੍ਰੈਸਿਵ ਆ, ਪ੍ਰੋਡਕਟਿਵ ਆ ਤੇ ਐਮਰਜੈਂਟਿਵ ਆ। ਠੀਕ ਆ, ਇਹ 5 ਟਾਈਪਸ ਕ੍ਰੀਏਟੀਵਿਟੀ ਦੀਆਂ ਤੁਸੀਂ ਯਾਦ ਰੱਖਣੀਆਂ। ਤੇ ਉਸ ਤੋਂ ਬਾਅਦ ਡਿਫਰੈਂਸ ਬਿਟਵੀਨ ਕ੍ਰੀਏਟੀਵਿਟੀ ਐਂਡ ਇੰਟੈਲੀਜੈਂਸ, ਮਤਲਬ ਬੁੱਧੀਸ਼ੀਲਤਾ ਤੇ ਸਿਰਜਣਾਤਮਕਤਾ ਦੇ ਵਿੱਚ ਫਰਕ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇਕਰ ਕੋਈ ਜ਼ਿਆਦਾ ਕੁਐਸਚਨ ਸਾਨੂੰ ਦੇਖਣ ਨੂੰ ਮਿਲਦੇ ਆ ਇਹਦੇ ਵਿੱਚ, ਜੇਕਰ ਸਾਨੂੰ ਕੋਈ ਕੁਐਸਚਨ ਪੁੱਛਿਆ ਜਾ ਸਕਦਾ ਤੇ ਸਾਨੂੰ ਕ੍ਰੀਏਟੀਵਿਟੀ ਤੇ ਇੰਟੈਲੀਜੈਂਟ ਦੇ ਵਿੱਚ ਕੁਐਸਚਨ ਜਿਹੜਾ ਵਾ ਉਹ ਪੁੱਛਿਆ ਜਾ ਸਕਦਾ। ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਇਹਦੇ ਵਿੱਚ ਸਾਰਾ ਜੋ ਵੀ ਤੁਹਾਡਾ ਡਾਊਟ ਹੋਣਗੇ ਤੁਹਾਨੂੰ ਫਰਕ ਪਤਾ ਲੱਗ ਗਿਆ ਹੋਊਗਾ ਕ੍ਰੀਏਟੀਵਿਟੀ ਕੀ ਆ, ਹਨਾ। ਤੇ ਇਹਦੀਆਂ ਟੋਰੈਂਸ ਜਿਹੜਾ ਵਾ ਜਿਹਨੇ ਟਾਈਪਸ ਦਿੱਤੀਆਂ, ਉਹਨੇ ਕਿਹੜੀਆਂ ਕਿਹੜੀਆਂ ਟਾਈਪਸ ਦਿੱਤੀਆਂ, ਕਿਹੜੀ ਕਿਹੜੀ ਟਾਈਪਸ ਕੀ ਕਹਿੰਦੀ ਆ, ਇਹ ਸਾਰਾ ਕੁਝ। ਠੀਕ ਆ, ਉਮੀਦ ਆ ਤੁਹਾਨੂੰ ਕਲਾਸ ਲੱਗੀ ਹੋਊਗੀ ਬਹੁਤ ਜ਼ਿਆਦਾ ਵਧੀਆ। ਇਹਦੀ PDF ਤੁਹਾਨੂੰ ਮਿਲੂਗੀ ਟੈਲੀਗ੍ਰਾਮ ਚੈਨਲ ਤੇ। ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਟੈਲੀਗ੍ਰਾਮ ਚੈਨਲ ਦਾ ਲਿੰਕ ਦੇਖ ਕੇ ਉੱਥੋਂ ਜੁਆਇਨ ਹੋ ਜਾਣਾ ਟੈਲੀਗ੍ਰਾਮ ਤੇ। ਉੱਥੇ ਤੁਹਾਨੂੰ ਮਿਲਦੀਆਂ ਨੇ ਸਾਰੀਆਂ ਦੀਆਂ ਸਾਰੀਆਂ PDF ਕਲਾਸ ਦੇ ਅਕੋਰਡਿੰਗ। ਠੀਕ ਆ, ਸੋ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।